ਪਹਿਲਾਂ ਆਪਣੇ ਸਰੂਪ ਨੂੰ ਜਾਣਨਾ ਪੈਂਦਾ ਹੈ। ਜਿੰਨੇ ਸਮੇਂ ਤੱਕ ਅਸੀਂ ਆਪਣੇ ਆਪ ਨੂੰ ਨਹੀਂ ਜਾਣਦੇ, ਅਸੀਂ ਉਸ ਪਰਮੇਸ਼ਰ ਨੂੰ, ਉਸ ਬ੍ਰਹਮ ਨੂੰ ਜਾਣ ਨਹੀਂ ਸਕਦੇ। ਧੰਨ ਸ਼੍ਰੀ ਗੁਰੂ ਪਿਤਾ ਨੇ ਪਾਵਨ ਬਾਣੀ ਦੇ ਅੰਦਰ ਸਾਨੂੰ ਦੱਸਿਆ ਏ ਕਿ ਜੀਵ ਆਤਮਾ ਦਾ ਸਰੂਪ ਕੀ ਹੈ। ਉਸ ਮਾਲਕ ਨੂੰ, ਪਰਮੇਸ਼ਰ ਨੂੰ ਜਾਣਨਾ ਹੈ, ਪਰ ਉਸ ਨੂੰ ਜਾਣਨ ਤੋਂ ਪਹਿਲਾਂ ਸਾਨੂੰ ਇਹ ਜਾਣਨਾ ਪਵੇਗਾ ਕਿ ਮੈਂ ਕੌਣ ਹਾਂ, ਮੇਰਾ ਸਰੂਪ ਕੀ ਹੈ। ਅਸੀਂ ਤੇ ਇਹ ਜਾਣਦੇ ਹਾਂ ਕਿ ਮੈਂ ਸਰੀਰ ਹਾਂ, ਮੇਰਾ ਨਾਮ ਗੁਰਪਿੰਦਰ ਸਿੰਘ ਹੈ, ਮੈਂ ਕਿਸੇ ਦਾ ਪਿਤਾ ਹਾਂ ਜਾਂ ਮੈਂ ਕਿਸੇ ਦਾ ਪੁੱਤਰ ਹਾਂ। ਅਸੀਂ ਸਿਰਫ ਇੰਨਾ ਜਾਣਦੇ ਹਾਂ। ਤੇ ਜਦੋਂ ਆਪਾਂ ਸਤਿਗੁਰ ਦੇ ਕੋਲ ਹੁੰਦੇ ਹਾਂ, ਸਤਿਗੁਰ ਨੂੰ ਆ ਕੇ ਪੁੱਛਦੇ ਹਾਂ, ਸੱਚੇ ਪਾਤਸ਼ਾਹ ਮੈਂ ਉਸ ਮਾਲਕ ਨੂੰ ਜਾਣਨਾ ਚਾਹੁੰਦਾ, ਉਸ ਪਰਮੇਸ਼ਰ ਨੂੰ ਜਾਣਨਾ ਚਾਹੁੰਦਾ। ਫਿਰ ਸਤਿਗੁਰੂ ਜੀ ਸਾਨੂੰ ਆਖਦੇ ਹਨ, ਭਾਈ ਤੈਨੂੰ ਪਤਾ ਕਿ ਤੂੰ ਕੌਣ ਹੈ? ਅਸੀਂ ਆਖਦੇ ਹਾਂ, ਸਤਿਗੁਰੂ ਨਹੀਂ, ਨਾ ਤੇ ਮੈਨੂੰ ਆਪਣੇ ਆਪ ਦਾ ਪਤਾ ਤੇ ਨਾ ਮੈਨੂੰ ਉਸ ਮਾਲਕ ਦਾ ਪਤਾ ਹੈ। ਇੱਕ ਬੁੱਲੇ ਸ਼ਾਹ ਦਾ ਆਪਾਂ ਕਲਾਮ ਨਹੀਂ ਪੜ੍ਹਦੇ ਹੁੰਦੇ, ਉਹਦਾ ਗਾਣਾ ਬੜਾ ਸੋਹਣਾ ਵੱਜਦਾ ਏ, ਬੁੱਲਾ ਕੀ ਜਾਣੇ ਮੈਂ ਕੌਣ। ਤੇ ਇਹੀ ਬਚਨ ਭਗਤ ਨਾਮਦੇਵ ਜੀ ਦੀ ਬਾਣੀ ਦੇ ਵਿੱਚ ਵੀ ਆਉਂਦਾ ਏ, ਤੂੰ ਕੌਣ ਰੇ। ਭਗਤ ਨਾਮਦੇਵ ਜੀ ਦੇ ਗੁਰੂ ਨੇ ਪੁੱਛਿਆ ਸੀ, ਤੂੰ ਕੌਣ ਰੇ। ਹੋ ਜੀ ਨਾਮਾ। ਭਗਤ ਨਾਮਦੇਵ ਜੀ ਦੇ ਗੁਰੂ ਨੇ ਪੁੱਛਿਆ ਕਿ ਭਾਈ ਤੂੰ ਕੌਣ ਹੈ? ਆਖਣ ਲੱਗਾ, ਜੀ ਮੈਂ ਨਾਮਦੇਵ। ਉਹਦੇ ਗੁਰੂ ਨੇ ਆਖਿਆ, ਨਹੀਂ, ਤੂੰ ਨਾਮਦੇਵ ਥੋੜ੍ਹਾ ਹੈ। ਨਾਮਦੇਵ ਤੇ ਤੇਰੇ ਸਰੀਰ ਦਾ ਨਾਮ ਹੈ, ਤੂੰ ਕੌਣ ਹੈ? ਭਗਤ ਨਾਮਦੇਵ ਜੀ ਚੁੱਪ ਹੋ ਗਏ। ਆਖਣ ਲੱਗੇ, ਗੁਰਦੇਵ ਜੀ ਤੁਸੀਂ ਦੱਸੋ ਕਿ ਮੈਂ ਕੌਣ ਹਾਂ। ਮੈਨੂੰ ਤਾਂ ਇੰਨਾ ਪਤਾ ਕਿ ਮੈਂ ਨਾਮਦੇਵ ਹਾਂ। ਗੁਰੂ ਨੇ ਆਖਿਆ, ਭਾਈ ਨਾਮਦੇਵ ਤੇ ਤੇਰੇ ਸਰੀਰ ਦਾ ਨਾਮ ਹੈ, ਆਵਾਜ਼ ਮਾਰਨ ਵਾਸਤੇ ਰੱਖਿਆ ਇਹ ਨਾਮ। ਕੋਈ ਵੀ ਨਾਮ ਹੈ, ਸਰੀਰਾਂ ਦੇ ਨਾਮ ਹੁੰਦੇ ਹਨ, ਆਵਾਜ਼ ਮਾਰਨ ਵਾਸਤੇ ਨਾਮ ਰੱਖਿਆ ਜਾਂਦਾ ਹੈ। ਪਰ ਸਾਨੂੰ ਇਹ ਪਤਾ ਕਿ ਮੈਂ ਕੌਣ ਹਾਂ, ਮੈਂ ਕੌਣ ਹਾਂ, ਤੇ ਸਾਨੂੰ ਨਹੀਂ ਪਤਾ। ਗੁਰੂ ਸਾਹਿਬ ਸਾਨੂੰ ਦੱਸਦੇ ਹਨ, ਭਾਈ ਤੂੰ ਕੋਈ ਸਰੀਰ ਥੋੜ੍ਹਾ ਹੈ। ਗੁਰੂ ਸਾਹਿਬ ਨੇ ਫਿਰ ਸਾਨੂੰ ਦੱਸਿਆ ਏ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਗੁਰੂ ਸਾਹਿਬ ਸਾਨੂੰ ਦੱਸਦੇ ਹਨ, ਤੂੰ ਤੇ ਇੱਕ ਜੋਤ ਸਰੂਪ ਹੈ, ਤੂੰ ਤੇ ਆਤਮਾ ਸਰੂਪ ਹੈ, ਤੂੰ ਉਸ ਮਾਲਕ ਦਾ ਇੱਕ ਨਿੱਕਾ ਜਿਹਾ ਹਿੱਸਾ ਹੈ। ਤੇ ਤੂੰ ਆਪਣੇ ਆਪ ਨੂੰ ਸਰੀਰ ਮੰਨ ਕੇ ਬੈਠਾ ਹੈ, ਆਪਣੇ ਆਪ ਨੂੰ ਆਖਦਾ ਹੈ ਮੈਂ ਗੁਰਪਿੰਦਰ ਹਾਂ। ਜਿਸ ਤਰ੍ਹਾਂ ਭਗਤ ਨਾਮਦੇਵ ਜੀ ਨੇ ਆਖਿਆ, ਜੀ ਮੈਂ ਤੇ ਨਾਮਦੇਵ ਹੋ ਜੀ ਨਾਮਾ, ਮੈਂ ਨਾਮਦੇਵ। ਗੁਰੂ ਨੇ ਆਖਿਆ, ਨਹੀਂ, ਤੂੰ ਨਾਮਦੇਵ ਨਹੀਂ ਹੈ। ਨਾਮਦੇਵ ਤੇਰਾ ਜਿਹੜਾ ਸਰੀਰ ਹੈ, ਉਹਦੇ ਵਿੱਚ ਜਿਹੜੀ ਵਸਤੂ ਰਹਿੰਦੀ ਹੈ, ਜਿਹੜਾ ਤੱਤ ਰਹਿੰਦਾ, ਤੂੰ ਉਹ ਹੈ। ਆਪਣੇ ਆਪ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰ। ਤੂੰ ਤੇ ਸਰੀਰ ਦੇ ਵਿੱਚ ਰਹਿਣ ਵਾਲੀ ਇੱਕ ਸਰੀਰ ਤੋਂ ਅਲੱਗ ਵਸਤੂ ਹੈ। ਸਿਰਫ ਤੂੰ ਸਰੀਰ ਵਿੱਚ ਰਹਿਣਾ ਹੀ ਹੈ। ਤੇ ਇਹ ਜਿਹੜਾ ਟੌਪਿਕ ਹੈ ਨਾ ਗੁਰੂ ਸਾਹਿਬ ਦਾ, ਜਿਹੜਾ ਇਹ ਵਿਸ਼ਾ ਹੈ, ਇਹ ਤੇ ਬਹੁਤ ਡੀਪਲੀ, ਬਹੁਤ ਡੂੰਘਾਈ ਵਾਲਾ,
ਬਹੁਤ ਬਰੀਕ ਵਿਸ਼ਾ ਹੈ। ਇਸੇ ਕਰਕੇ ਤੇ ਗੁਰੂਦੇਵ ਜੀ ਸਾਨੂੰ ਰੋਜ਼ ਰੋਜ਼ ਆਖਦੇ ਹਨ, ਗੁਰੂ ਨਾਨਕ ਸਾਹਿਬ, ਭਾਈ ਨਾਮ ਨਾਲ ਜੁੜੋ, ਤੁਹਾਨੂੰ ਬੁੱਧੀ ਮਿਲੇ, ਤੁਹਾਨੂੰ ਬਾਣੀ ਦੀ ਸਮਝ ਆਵੇ। ਤਾਂ ਹੀ ਤੇ ਕਦੇ ਕਦੇ ਸਾਡੇ ਨਾ ਆਖ ਦਿੰਦੇ ਹੁੰਦੇ ਹਨ ਸਮਾਜ ਵਾਲੇ, ਸੰਗਤ ਆਖ ਦਿੰਦੀ ਹੈ, ਸੌਖੀ ਜੀ ਕਥਾ ਕਰਿਆ ਕਰੋ ਜਿਹੜੀ ਸਮਝ ਵਿੱਚ ਆਵੇ। ਤੇ ਸੌਖੀ ਜੀ ਕਥਾ ਪਤਾ ਕਿਹੜੀ ਹੈ? ਇਤਿਹਾਸ। ਸਾਖੀ ਸੁਣਾ ਦੇਣੀ, ਇਤਿਹਾਸ ਸੁਣਾਇਆ, ਸੁਣੇ, ਘਰ ਨੂੰ ਗਏ, ਕਈ ਸਾਲਾਂ ਤੱਕ ਆਪਾਂ ਇਹੀ ਸੁਣਿਆ ਹੈ। ਕਈ ਸਾਲਾਂ ਤੋਂ ਆਪਾਂ ਸਾਖੀਆਂ ਸੁਣਦੇ ਆ ਰਹੇ ਹਾਂ। ਇਸੇ ਕਰਕੇ ਹੁਣ ਸਾਨੂੰ ਸ਼ਬਦ ਦੀ ਸਮਝ ਨਹੀਂ ਪੈਂਦੀ। ਜੇ ਸਾਨੂੰ ਕੋਈ ਸ਼ਬਦ ਦੀ ਕਥਾ ਸੁਣਾਵੇ, ਬਾਣੀ ਦੀ ਕਥਾ ਸੁਣਾਵੇ ਕੋਈ, ਤੇ ਅਸੀਂ ਆਖਦੇ ਹਾਂ ਇਹ ਕਥਾ ਬੜੀ ਔਖੀ ਹੈ, ਇਹ ਸਮਝ ਵਿੱਚ ਨਹੀਂ ਲੱਗਦੀ। ਕਿਉਂਕਿ ਕਈ ਸਾਲਾਂ ਤੋਂ ਆਪਾਂ ਨਾਮ ਨਾਲ ਤੇ ਬਾਣੀ ਨਾਲ ਨਹੀਂ ਜੁੜੇ, ਸਿਰਫ ਸਾਖੀਆਂ ਦੇ ਨਾਲ ਤੇ ਇਤਿਹਾਸ ਦੇ ਨਾਲ ਹੀ ਜੁੜੇ ਹਾਂ। ਇਤਿਹਾਸ ਵੀ ਬੜਾ ਜ਼ਰੂਰੀ ਹੈ, ਸਾਖੀਆਂ ਵੀ ਬਹੁਤ ਜ਼ਰੂਰੀਆਂ ਹਨ, ਪਰ ਇਤਿਹਾਸ ਇਸੇ ਕਰਕੇ ਰਚਿਆ ਗਿਆ ਹੈ, ਬਾਣੀ ਕਰਕੇ। ਬਾਣੀ ਕਰਕੇ ਤੇ ਕੁਰਬਾਨੀਆਂ ਹੋਈਆਂ, ਬਾਣੀ ਕਰਕੇ ਸ਼ਹੀਦੀਆਂ ਪਾਈਆਂ ਗਈਆਂ। ਤੇ ਜੇ ਸਾਡੇ ਪੁਰਖਾਂ ਨੇ, ਜੇ ਸਾਡੇ ਬਜ਼ੁਰਗਾਂ ਨੇ, ਸਾਡਿਆਂ ਭਰਾਵਾਂ ਨੇ ਇੰਨੀਆਂ ਸ਼ਹੀਦੀਆਂ ਕੀਤੀਆਂ ਬਾਣੀ ਕਰਕੇ, ਤੇ ਜੇ ਫਿਰ ਅਸੀਂ ਬਾਣੀ ਨੂੰ ਨਾ ਸਮਝੀਏ, ਫਿਰ ਬਾਣੀ ਦੇ ਨਾਲ ਨਾ ਜੁੜੀਏ, ਤੇ ਉਹਨਾਂ ਦੀਆਂ ਜਿਹੜੀਆਂ ਸ਼ਹੀਦੀਆਂ ਹਨ ਫਿਰ ਕਿਸੇ ਕੰਮ ਦੀਆਂ ਰਹੀਆਂ? ਕਿਸੇ ਕੰਮ ਦੀਆਂ ਰਹੀਆਂ ਨਹੀਂ। ਉਹਨਾਂ ਨੇ ਸਾਡੇ ਤੇ ਪਰਉਪਕਾਰ ਕਰਨ ਵਾਸਤੇ ਤੇ ਆਪ ਸ਼ਹੀਦੀਆਂ ਪ੍ਰਾਪਤ ਕੀਤੀਆਂ। ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੂੰ ਕੀ ਲੋੜ ਸੀ? ਉਹ ਵੀ ਤੇ ਸਾਡੇ ਬੱਚਿਆਂ ਵਾਂਗੂ ਖੇਡ ਹੀ ਸਕਦੇ ਸਨ, ਜਿਸ ਤਰ੍ਹਾਂ ਸਾਡੇ ਬੱਚੇ ਖੇਡਦੇ ਹਨ। ਉਹਨਾਂ ਨੂੰ ਕੀ ਲੋੜ ਸੀ ਨੀਹਾਂ ਦੇ ਵਿੱਚ ਖਲੋਣ ਦੀ? ਛੋਟੀ ਉਮਰ ਦੇ ਵਿੱਚ ਉਹ ਅਗਲੇ ਨੀਹਾਂ ਵਿੱਚ ਖਲੋ ਗਏ ਤੇ ਉਹਨਾਂ ਨੇ ਸ਼ਹੀਦੀ ਦਾ ਜਾਮ ਪੀਤਾ। ਉਹ ਕਾਹਦੇ ਵਾਸਤੇ? ਇਸ ਕਰਕੇ ਉਹਨਾਂ ਨੇ ਨੀਹਾਂ ਨੂੰ ਚੁਣਿਆ ਕਿ ਇਹ ਜਿਹੜੀ ਸੰਗਤ ਹੈ ਇਹ ਬਾਣੀ ਨਾਲ ਜੁੜੇ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਦੀ ਸ਼ਹੀਦੀ ਵੀ ਬਾਣੀ ਕਰਕੇ ਹੋਈ। ਤਤੀ ਤਵੀ ਤੇ ਇਸੇ ਕਰਕੇ ਬਿਠਾਇਆ ਗਿਆ, ਹੋਰ ਦੂਜਾ ਕਾਰਨ ਕੋਈ ਵੀ ਨਹੀਂ ਸੀ। ਸਤਿਗੁਰ ਦੇ ਉੱਪਰ ਕੇਸ ਵੀ ਕੀਤਾ ਗਿਆ, ਕੇਸ ਕੀਤਾ ਗਿਆ ਬਾਹਮਣਾਂ ਵੱਲੋਂ ਕਿ ਇਹਨਾਂ ਨੇ ਗ੍ਰੰਥ ਰਚ ਦਿੱਤਾ ਹੈ ਹੋਰ। ਇਸ ਲਈ ਗੁਰਬਾਣੀ ਦੀ ਕਥਾ ਜਿਹੜੀ ਹੈ ਨਾ, ਇਹ ਹੁਣ ਸਾਨੂੰ ਲੱਗਦਾ ਹੈ ਕਿ ਬੜੀ ਔਖੀ ਹੈ, ਸਮਝ ਵਿੱਚ ਨਹੀਂ ਆਵੇਗੀ। ਪਰ ਜਦੋਂ ਅਸੀਂ ਬਾਣੀ ਨਾਲ ਜੁੜ ਜਾਵਾਂਗੇ ਨਾ ਪੂਰਨ ਤੌਰ ਤੇ ਰੋਜ਼ ਆਪਾਂ ਨਾਮ ਨੂੰ ਜਪਾਂਗੇ, ਅਸਲ ਵਿੱਚ ਨਾਮ ਨੇ ਹੀ ਸਾਨੂੰ ਬੁੱਧੀ ਦੇਣੀ ਹੈ, ਮਤ ਦੇਣੀ ਹੈ। ਤਾਂ ਧੰਨ ਗੁਰੂ ਪਿਤਾ ਨੇ ਆਖਿਆ, ਗਤ ਮਤ ਤਦ ਹੀ ਪਾਏ। ਸਤਿਗੁਰ ਦੀ ਸੇਵਾ ਕਰਾਂਗੇ ਨਾ, ਸਤਿਗੁਰ ਦੀ ਸੇਵਾ ਇਹੀ ਹੈ ਕਿ ਬਾਣੀ ਨੂੰ ਪੜ੍ਹਨਾ, ਬਾਣੀ ਦੀ ਵਿਚਾਰ ਕਰਨੀ, ਕਥਾ ਕਰਨੀ, ਸੁਣਨੀ, ਤੇ ਫਿਰ ਰੋਜ਼ ਨਾਮ ਦੇ ਵਿੱਚ ਬੈਠਣਾ, ਆਪਣੇ ਮੁਰਸ਼ਦ ਦਾ, ਆਪਣੇ ਇਸ਼ਟ ਦਾ ਧਿਆਨ ਕਰਨਾ, ਉਹਦੇ ਸਰੂਪ ਦੇ ਵਿੱਚ ਧਿਆਨ ਲਾਉਣਾ, ਸ਼ਬਦ ਦੇ ਵਿੱਚ ਰੋਜ਼ ਇਹਨੂੰ ਚੇਤੇ ਕਰਨਾ, ਵਾਹਿਗੁਰੂ ਵਾਹਿਗੁਰੂ। ਰੋਜ਼ ਉਹਨੂੰ ਆਵਾਜ਼ਾਂ ਮਾਰਨੀਆਂ, ਹਾਕਾਂ ਮਾਰਨੀਆਂ, ਹਾਕਾਂ ਮਾਰ ਮਾਰ ਕੇ ਉਹਨੂੰ ਆਪਣੇ ਕੋਲ ਬੁਲਾਉਣਾ ਹੈ। ਤੁਮ ਘਰ ਆਵੋ ਮੇਰੇ ਮੀਤ, ਸੱਚੇ ਪਾਤਸ਼ਾਹ ਮੇਰੇ ਕੋਲ ਆਓ, ਮੈਂ ਤੁਹਾਨੂੰ ਚੇਤੇ ਕਰਦਾ, ਮੈਂ ਆਪ ਜੀ ਨੂੰ ਬੁਲਾਉਣਾ ਪਿਆ, ਮੇਰੇ ਘਰ ਵਿੱਚ ਆਓ। ਇਸ ਲਈ ਇਹ ਸਤਿਗੁਰ ਦੀ ਸੇਵਾ ਹੈ, ਸਤਿਗੁਰ ਦੀ ਸੇਵਾ ਇਹ ਸਭ ਤੋਂ ਸ੍ਰੇਸ਼ਟ ਉੱਤਮ ਸੇਵਾ ਇਹੀ ਹੈ। ਨਾਮ ਦੇ ਵਿੱਚ ਬੈਠਣਾ,
ਆਪਣੇ ਸਤਿਗੁਰੂ ਨੂੰ ਰੋਜ਼ ਆਪਣੇ ਧਿਆਨ ਵਿੱਚ ਲੈ ਕੇ ਆਉਣਾ। ਰੋਜ਼ ਕੋਸ਼ਿਸ਼ ਕਰਨੀ ਹੈ ਕਿ ਸਤਿਗੁਰੂ ਮੇਰੇ ਧਿਆਨ ਦੇ ਵਿੱਚ ਵਸ ਜਾਣ। ਇਹ ਕੋਸ਼ਿਸ਼ ਆਪਾਂ ਸਿਰਫ ਕੋਸ਼ਿਸ਼ ਹੀ ਕਰਨੀ ਹੈ ਤੇ ਕਿਰਪਾ ਮਾਲਕ ਨੇ ਕਰਨੀ ਹੈ। ਗੁਰੂ ਨਾਨਕ ਸਾਹਿਬ ਨੇ ਮਨ ਵਸ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋਏ। ਸਤਿਗੁਰੂ ਧਿਆਨ ਦੇ ਵਿੱਚ ਤਾਂ ਆਉਣਗੇ ਜੇ ਸਤਿਗੁਰੂ ਆਪਣੀ ਪੂਰੀ ਕਿਰਪਾ ਕਰ ਦੇਣਗੇ। ਹੁਣ ਸਾਨੂੰ ਬਾਣੀ ਦੀ ਸਮਝ ਤਾਂ ਨਹੀਂ ਆ ਰਹੀ ਕਿਉਂਕਿ ਸਤਿਗੁਰ ਦੀ ਕਿਰਪਾ ਤੇ ਸਾਡੇ ਤੇ ਹੈ, ਪਰ ਪੂਰਨ ਕਿਰਪਾ ਨਹੀਂ। ਪੂਰਨ ਕਿਰਪਾ ਉਸ ਦਿਨ ਹੋਵੇਗੀ ਜਿਸ ਦਿਨ ਅਸੀਂ ਨਾਮ ਦੇ ਵਿੱਚ ਬੈਠਾਂਗੇ, ਸਤਿਗੁਰ ਦੇ ਸੋਹਣੇ ਸਰੂਪ ਦਾ ਧਿਆਨ ਕਰਾਂਗੇ। ਗੁਰ ਕੀ ਮੂਰਤ ਮਨ ਮਹਿ ਧਿਆਨ। ਸਤਿਗੁਰ ਦੇ ਸੋਹਣੇ ਸਰੂਪ ਦਾ ਧਿਆਨ ਕਰਨਾ, ਉਹਨੂੰ ਆਪਣੇ ਧਿਆਨ ਦੇ ਵਿੱਚ ਲੈ ਕੇ ਆਉਣਾ ਹੈ, ਸ਼ਬਦ ਨਾਲ ਜੁੜਨਾ ਹੈ। ਸੋ ਧੰਨ ਗੁਰੂ ਪਿਤਾ ਜੀ ਦਾ ਜੋ ਅੱਜ ਦਾ ਮੁੱਖ ਵਾਕ ਆਪਾਂ ਪੜ੍ਹਿਆ ਹੈ ਨਾ, ਤੇ ਇਸ ਮੁੱਖ ਵਾਕ ਦਾ ਜਿਹੜਾ ਰਿਜ਼ਲਟ ਹੈ, ਜਿਹੜਾ ਨਤੀਜਾ ਇਹ ਹੈ ਕਿ ਪਹਿਲਾਂ ਆਪਣੇ ਸਰੂਪ ਨੂੰ ਪਹਿਚਾਣੋ। ਸਾਡਾ ਸਰੂਪ ਹੈ ਜੋਤ ਸਰੂਪ, ਤੇ ਜੋਤ ਨੂੰ ਸਰੀਰ ਵਿੱਚ ਰੱਖਿਆ ਗਿਆ ਹੈ। ਆਪਾਂ ਨਿਤਨੇਮ ਦੀਆਂ ਬਾਣੀਆਂ ਵਿੱਚ ਪੜ੍ਹਦੇ ਹਾਂ ਸ਼੍ਰੀ ਆਨੰਦ ਸਾਹਿਬ, ਇਹ ਸਰੀਰਾ ਮੇਰਿਆ ਹਰ ਤੁਮੈ ਜੋਤ ਰਖੀ, ਤਾ ਤੂੰ ਜਗ ਮਹਿ ਆਇਆ। ਜੋਤ ਆਖ ਲੋ ਭਾਵੇਂ ਆਤਮਾ ਆਖ ਲੋ, ਆਤਮਾ ਤਤ ਜੋਤ ਤਤ, ਕੁਝ ਵੀ ਆਖੋ, ਆਤਮਾ ਤੇ ਜੋਤ ਇੱਕੋ ਹੀ ਗੱਲ ਹੈ। ਤੇ ਆਤਮਾ ਤਤ ਤੇ ਜੋਤ ਤਤ ਨੂੰ ਸਰੀਰ ਵਿੱਚ ਰੱਖਿਆ ਗਿਆ। ਹੈਰਾਨੀਜਨਕ ਗੱਲ ਇਹ ਹੈ, ਤੇ ਉਹ ਜਿਹੜੀ ਜੋਤ ਹੈ ਨਾ ਸਾਡੇ ਸਰੀਰ ਵਿੱਚ, ਪਰਮਾਤਮਾ ਦੀ ਜਿਹੜੀ ਆਤਮਾ ਹੈ, ਉਹਦਾ ਜਿਹੜਾ ਹਿੱਸਾ ਕਿਣਕਾ, ਉਸ ਨੂੰ ਵੇਖਿਆ ਨਹੀਂ ਜਾ ਸਕਦਾ। ਹੁਣ ਜੋ ਜੋਤ ਹੈ ਸਾਡੇ ਸਰੀਰ ਵਿੱਚ ਰਹਿੰਦੀ ਹੈ ਨਾ, ਅੱਖਾਂ ਦੇ ਵਿੱਚ ਵੀ ਜੋਤ ਹੈ। ਇਹ ਨੇਤਰ ਹੋ ਮੇਰ ਹੋ ਹਰ ਤੁਮੈ ਜੋਤ ਧਰੀ। ਇਹ ਜਿਹੜੀ ਜੋਤ ਹੈ, ਜੋ ਆਤਮਾ ਹੈ ਨਾ, ਉਹ ਵੇਖਣ ਵਿੱਚ ਨਹੀਂ ਆਉਂਦੀ, ਉਸ ਨੂੰ ਵੇਖਿਆ ਨਹੀਂ ਜਾ ਸਕਦਾ। ਜੇ ਵੇਖਣ ਵਿੱਚ ਆਉਂਦੀ ਹੁੰਦੀ ਨਾ, ਤੇ ਡਾਕਟਰਾਂ ਨੇ ਜਦੋਂ ਆਪਰੇਸ਼ਨ ਕਰਨਾ ਸੀ, ਉਹਨਾਂ ਨੇ ਆਖਣਾ ਸੀ ਆਹ ਜੋਤ ਹੈ, ਇਹਨੂੰ ਆਪਾਂ ਇੱਕ ਪਾਸੇ ਕਰ ਦਿੰਦੇ ਹਾਂ ਤੇ ਫਿਰ ਆਪਰੇਸ਼ਨ ਕਰ ਲੈਂਦੇ ਹਾਂ। ਡਾਕਟਰ ਸਰੀਰਾਂ ਨੂੰ ਪਾੜਦੇ ਹਨ, ਵੱਢਦੇ ਹਨ। ਕਦੇ ਕਿਸੇ ਡਾਕਟਰ ਨੇ ਆਖਿਆ ਕਿ ਭਾਈ ਮੈਂ ਆਤਮਾ ਨੂੰ ਵੇਖ ਲਿਆ ਹੈ, ਮੈਂ ਜੋਤ ਨੂੰ ਵੇਖ ਲਿਆ ਹੈ? ਨਹੀਂ, ਜਿਹੜੀ ਜੋਤ ਹੈ ਤੇ ਆਤਮਾ ਹੈ ਨਾ, ਉਹ ਵੇਖੀ ਨਹੀਂ ਜਾ ਸਕਦੀ, ਉਸ ਨੂੰ ਵੇਖਿਆ ਨਹੀਂ ਜਾ ਸਕਦਾ, ਕਿਉਂਕਿ ਬਹੁਤ ਜ਼ਿਆਦਾ ਸੂਖਮ ਤੋਂ ਸੂਖਮ ਹੈ। ਸੂਖਮ ਤੋਂ ਸੂਖਮ ਤੱਤ ਹੈ ਆਤਮਾ, ਇੰਨਾ ਸੂਖਮ ਤੱਤ ਹੈ। ਸੂਖਮ ਆਖਦੇ ਹਨ ਜਿਹੜੀ ਚੀਜ਼ ਵੇਖੀ ਨਹੀਂ ਜਾ ਸਕਦੀ, ਸਿਰਫ ਉਸ ਨੂੰ ਆਪਾਂ ਮਹਿਸੂਸ ਕਰ ਸਕਦੇ ਹਾਂ, ਉਸ ਨੂੰ ਵੇਖਿਆ ਨਹੀਂ ਜਾ ਸਕਦਾ। ਹਵਾ ਵੀ ਵੈਸੇ ਸੂਖਮ ਤੱਤ ਹੀ ਹੈ, ਪਰ ਆਤਮਾ ਜਿਹੜਾ ਤੱਤ ਹੈ ਇਹ ਹਵਾ ਤੋਂ ਵੀ ਸੂਖਮ ਹੈ। ਹਵਾ ਨੂੰ ਆਪਾਂ ਮਹਿਸੂਸ ਕਰਦੇ ਹਾਂ, ਪਰ ਹਵਾ ਨੂੰ ਵੇਖਿਆ ਜਾ ਸਕਦਾ ਹੈ? ਹਵਾ ਵੇਖੀ ਨਹੀਂ ਜਾ ਸਕਦੀ, ਹਵਾ ਸਿਰਫ ਮਹਿਸੂਸ ਕੀਤੀ ਜਾਂਦੀ ਹੈ। ਤੇ ਹਾਂ, ਪਰ ਅੱਜ ਕੱਲ੍ਹ ਸਾਇੰਸ ਦੇ ਕੋਲ ਐਸੇ ਯੰਤਰ ਹਨ ਜਿਨ੍ਹਾਂ ਦੇ ਨਾਲ ਆਪਾਂ ਹਵਾ ਤੱਤ ਦੇ ਅਣੂਆਂ ਨੂੰ ਵੇਖ ਸਕਦੇ ਹਾਂ, ਪਰ ਸਾਇੰਸ ਦੇ ਕੋਲ, ਵਿਗਿਆਨ ਦੇ ਕੋਲ ਕੋਈ ਐਸਾ ਯੰਤਰ ਨਹੀਂ ਜਿਸ ਯੰਤਰ ਦੇ ਨਾਲ ਆਤਮਾ ਤੱਤ, ਜੋਤ ਤੱਤ ਨੂੰ ਵੇਖਿਆ ਜਾ ਸਕੇ। ਜੇ ਕੋਈ ਉਹਨਾਂ ਕੋਲ ਐਸਾ ਯੰਤਰ ਹੁੰਦਾ, ਕੋਈ ਐਸੀ ਮਸ਼ੀਨ ਹੁੰਦੀ, ਤੇ ਅੱਜ ਤੱਕ ਡਾਕਟਰਾਂ ਨੇ ਕਿੰਨੇ ਸਰੀਰਾਂ ਨੂੰ ਪਾੜਿਆ, ਕਿੰਨੇ ਓਪਰੇਟ ਕੀਤੇ। ਕਦੇ ਕਿਸੇ ਡਾਕਟਰ ਨੇ ਆਖਿਆ ਦਾਅਵਾ ਕੀਤਾ ਕਿਸੇ ਡਾਕਟਰ ਨੇ ਕਿ ਮੈਂ ਆਤਮਾ ਨੂੰ ਵੇਖ ਲਿਆ?
ਨਹੀਂ, ਆਤਮਾ ਵੇਖੀ ਨਹੀਂ ਜਾ ਸਕਦੀ। ਉਹ ਸਾਡੀਆਂ ਇੰਦਰੀਆਂ ਤੋਂ, ਇੰਦਰੀਆਂ ਸਾਡੀਆਂ ਹਨ, ਸਾਡੀਆਂ ਅੱਖਾਂ, ਸਾਡੇ ਕੰਨ, ਸਾਡੀ ਜ਼ਬਾਨ, ਸਾਡੇ ਹੱਥ ਪੈਰ, ਨੱਕ ਦੀਆਂ ਦੋ ਨਾਸਕਾਂ, ਦੋ ਛੇਕ, ਇਹਨਾਂ ਤੋਂ ਪਰੇ ਦੀ ਗੱਲ ਹੈ। ਜੋ ਆਤਮਾ ਹੈ ਨਾ, ਉਹ ਸਰੀਰ ਦੀਆਂ ਇੰਦਰੀਆਂ ਤੋਂ ਪਰੇ ਹੈ। ਆਤਮਾ ਸਰੀਰ ਤੋਂ ਪਰੇ ਹੈ ਇੰਦਰੀਆਂ, ਇੰਦਰੀਆਂ ਤੋਂ ਪਰੇ ਹੈ ਵਿਸ਼ੇ। ਵਿਸ਼ੇ ਆਖਦੇ ਹਨ ਜੋ ਵਿਕਾਰ ਹਨ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਕਾਮ ਨੂੰ ਕੋਈ ਵੇਖ ਸਕਦਾ ਹੈ? ਕ੍ਰੋਧ ਵੇਖਿਆ ਜਾ ਸਕਦਾ ਹੈ? ਨਹੀਂ, ਨਾ ਤੇ ਕਾਮ ਵੇਖਿਆ ਜਾਂਦਾ ਹੈ, ਨਾ ਕ੍ਰੋਧ ਵੇਖਿਆ ਜਾਂਦਾ ਹੈ, ਨਾ ਲੋਭ ਵੇਖਿਆ ਜਾਂਦਾ ਹੈ, ਨਾ ਮੋਹ, ਨਾ ਹੰਕਾਰ। ਇਹ ਵੇਖਿਆ ਥੋੜ੍ਹਾ ਜਾਂਦਾ ਹੈ। ਇਹ ਸਾਡੇ ਸਰੀਰ ਦੇ ਵਿੱਚ ਰਹਿੰਦੇ ਹਨ। ਇਹ ਪੰਜ ਵਿਕਾਰ ਸਰੀਰ ਦੇ ਵਿੱਚ ਰਹਿੰਦੇ ਹਨ, ਪਰ ਇਹਨਾਂ ਨੂੰ ਆਪਾਂ ਵੇਖ ਨਹੀਂ ਸਕਦੇ। ਜੇ ਇਹ ਵੇਖਣ ਵਿੱਚ ਆਉਂਦੇ ਹੁੰਦੇ ਨਾ, ਤੇ ਡਾਕਟਰਾਂ ਨੇ ਇਹਨਾਂ ਨੂੰ ਬਾਹਰ ਕੱਢ ਦੇਣਾ ਸੀ। ਆਪਾਂ ਵੀ ਕੱਢ ਸਕਦੇ ਹਾਂ ਕਿ ਨਿਕਲ ਮੇਰੇ ਸਰੀਰ ਵਿੱਚੋਂ। ਇਸ ਲਈ ਇਹ ਵੇਖਣ ਵਿੱਚ ਨਹੀਂ ਆਉਂਦੇ। ਇਸ ਲਈ ਸਰੀਰ ਤੋਂ ਪਰੇ ਹੈ ਇਹ ਵਿਸ਼ੇ ਵਿਕਾਰ, ਇੰਦਰੀਆਂ ਤੋਂ ਪਰੇ। ਇੰਦਰੀਆਂ ਤੇ ਸਰੀਰ ਇੱਕੋ ਗੱਲ ਹੈ। ਇੰਦਰੀਆਂ ਤੋਂ ਪਰੇ ਵਿਸ਼ੇ, ਵਿਸ਼ੇ ਵਿਕਾਰ। ਵਿਸ਼ਿਆਂ ਤੋਂ ਪਰੇ ਹੈ ਸਾਡਾ ਮਨ, ਮਨ ਤੋਂ ਪਰੇ ਹੈ ਬੁੱਧੀ, ਬੁੱਧੀ ਤੋਂ ਪਰੇ ਹੈ ਆਤਮਾ। ਇਸ ਲਈ ਆਤਮਾ ਜਿਹੜੀ ਹੈ ਉਹ ਸਾਡੀ ਬੁੱਧੀ ਤੋਂ ਵੀ ਪਰੇ। ਬੁੱਧੀ ਆਖਦੇ ਹਨ ਸਾਡੇ ਦਿਮਾਗ ਨੂੰ। ਆਤਮਾ ਬੁੱਧੀ ਤੋਂ ਵੀ ਪਰੇ, ਮਨ ਤੋਂ ਵੀ ਪਰੇ, ਇੰਦਰੀਆਂ ਤੋਂ ਵੀ ਪਰੇ, ਸਰੀਰ ਤੋਂ ਵੀ ਪਰੇ ਦੀ ਗੱਲ ਹੈ। ਪਰ ਰਹਿੰਦੀ ਸਾਡੇ ਸਰੀਰ ਵਿੱਚ ਹੀ ਹੈ, ਪਰ ਸਰੀਰ ਦਾ ਹਿੱਸਾ ਨਹੀਂ ਹੈ। ਸਰੀਰ ਵਿੱਚ ਰਹਿੰਦੀ ਹੈ, ਇਸ ਲਈ ਉਸ ਨੂੰ ਵੇਖਿਆ ਨਹੀਂ ਜਾ ਸਕਦਾ। ਦੂਜਾ, ਗੁਰੂ ਸਾਹਿਬ ਨੇ ਬਾਣੀ ਵਿੱਚ ਆਖਿਆ ਹੈ, ਅੱਖੀ ਬਾਝੋਂ ਵੇਖਣਾ, ਵਿਨ ਕੰਨਾਂ ਸੁਣਨਾ। ਆਤਮਾ ਨੂੰ ਆਪਾਂ ਅੱਖਾਂ ਨਾਲ ਵੇਖ ਨਹੀਂ ਸਕਦੇ। ਜਿਹੜੀ ਜੋਤ ਸਾਡੇ ਸਰੀਰ ਵਿੱਚ ਰੱਖੀ ਗਈ ਹੈ ਨਾ, ਅਸਲ ਵਿੱਚ ਉਹੀ ਸਾਡਾ ਸਰੂਪ ਹੈ। ਆਪਾਂ ਆਤਮਾ ਸਰੂਪ ਤੇ ਜੋਤ ਸਰੂਪ ਹਾਂ। ਤੇ ਉਹ ਜਿਹੜੀ ਆਤਮਾ ਪਲੱਸ ਉਹ ਜਿਹੜੀ ਜੋਤ ਹੈ ਨਾ, ਆਤਮਾ ਤੇ ਜੋਤ, ਉਸ ਨੂੰ ਅੱਖਾਂ ਵੇਖ ਨਹੀਂ ਸਕਦੀਆਂ। ਇਹ ਸਰੀਰ ਨਹੀਂ ਵੇਖ ਸਕਦਾ, ਨਾ ਕੰਨ ਸੁਣ ਸਕਦੇ ਹਨ, ਕਿਉਂਕਿ ਸਰੀਰ ਇਹ ਮਾਇਆ ਦੀ ਰਚਨਾ ਹੈ। ਸਰੀਰ ਇਸ ਨੂੰ ਮਾਇਆ ਨੇ ਬਣਾਇਆ ਹੈ। ਇਸ ਲਈ ਆਤਮਾ ਮਾਇਆ ਤੋਂ ਨਿਰਲੇਪ ਰਹਿੰਦੀ ਹੈ। ਆਤਮਾ ਮਾਇਆ ਤੋਂ ਨਿਰਲੇਪ ਹੈ। ਇਸ ਕਰਕੇ ਆਪਾਂ ਜਿੰਨਾ ਮਰਜ਼ੀ ਬੁੱਧੀ ਦਾ, ਦਿਮਾਗ ਦਾ ਜ਼ੋਰ ਲਾ ਲਈਏ, ਆਪਾਂ ਆਤਮਾ ਨੂੰ ਤੇ ਉਸ ਮਾਲਕ ਦੀ ਜੋਤ ਨੂੰ ਜੋ ਸਾਡੇ ਸਰੀਰ ਵਿੱਚ ਰਹਿੰਦੀ ਹੈ, ਆਪਾਂ ਉਹਨੂੰ ਵੇਖ ਨਹੀਂ ਸਕਦੇ। ਅੱਜ ਤੋਂ ਨਾ ਕਈ ਸਾਲ ਪਹਿਲਾਂ ਸਾਡੇ ਇਤਿਹਾਸਕਾਰਾਂ ਨੇ ਜਾਂ ਸਾਡੇ ਸੰਤਾਂ ਨੇ, ਮਹਾਂਪੁਰਖਾਂ ਨੇ ਇੱਕ ਵਿਚਾਰ ਬੜੀ ਪ੍ਰਚਲਿਤ ਕੀਤੀ ਸੀ। ਉਹ ਸਾਡੇ ਮਹਾਂਪੁਰਖਾਂ ਨੇ ਆਖਿਆ ਕਿ ਏਸ਼ੀਆ ਦੇ ਜਿਹੜੇ ਵਿਗਿਆਨੀ ਸਨ, ਉਹਨਾਂ ਨੇ ਨਾ ਇੱਕ ਆਦਮੀ ਨੂੰ ਸ਼ੀਸ਼ੇ ਵਿੱਚ ਬੰਦ ਕਰ ਦਿੱਤਾ ਤੇ ਵਿਗਿਆਨੀਆਂ ਨੇ ਆਖਿਆ ਕਿ ਆਤਮਾ ਨੂੰ ਫੜਨਾ ਹੈ। ਜਦੋਂ ਆਤਮਾ ਨਿਕਲੀ ਤੇ ਕੱਚ ਟੁੱਟ ਗਿਆ ਤੇ ਕੱਚ ਤੋੜ ਕੇ ਆਤਮਾ ਨਿਕਲ ਗਈ। ਇਹ ਜਿਹੜੀ ਵਿਚਾਰਧਾਰਾ ਫੈਲਾਈ ਗਈ ਸੀ ਨਾ, ਇੱਕਦਮ ਫੇਕ ਹੈ, ਇੱਕਦਮ ਝੂਠੀ। ਕਿਉਂਕਿ ਆਤਮਾ ਜਦੋਂ ਨਿਕਲਦੀ ਹੈ ਨਾ ਸਰੀਰ ਵਿੱਚੋਂ, ਜੇ ਆਪਾਂ ਆਖਾਂਗੇ ਨਾ ਆਤਮਾ ਨੂੰ ਕੈਦ ਕਰ ਲਈਏ ਤੇ ਸ਼ਾਇਦ ਕੱਚ ਟੁੱਟ ਜਾਵੇਗਾ, ਕੋਈ ਘਰ ਟੁੱਟ ਜਾਵੇਗਾ। ਤੇ ਇਹ ਸਭ ਝੂਠੀਆਂ ਵਿਚਾਰਾਂ ਹਨ, ਝੂਠੀਆਂ ਵਿਚਾਰਾਂ। ਇਸ ਤਰ੍ਹਾਂ ਨਹੀਂ ਹੁੰਦਾ। ਆਤਮਾ ਨਿਕਲਦੀ ਹੈ ਨਾ ਸਰੀਰ ਵਿੱਚੋਂ,
ਤੁਸੀਂ ਆਪ ਸਿਆਣੇ ਹੋ, ਪੜ੍ਹੇ ਲਿਖੇ ਹੋ, ਆਪ ਵਿਚਾਰ ਕੇ ਵੇਖੋ, ਜਦੋਂ ਆਤਮਾ ਛੱਡਦੀ ਹੈ ਸਰੀਰ ਨੂੰ, ਕਿ ਸਰੀਰ ਪਾੜਦਾ ਹੈ? ਸਰੀਰ ਦੇ ਟੋਟੇ ਟੋਟੇ ਹੋ ਜਾਂਦੇ ਹਨ, ਸਰੀਰ ਖਿੱਲਰ ਜਾਂਦਾ ਹੈ। ਜੇ ਆਤਮਾ ਨੇ ਸਰੀਰ ਨੂੰ ਛੱਡਿਆ, ਕੱਚ ਦੇ ਵਿੱਚ ਆਪਾਂ ਉਹਨੂੰ ਬੰਦ ਕਰ ਦਿੱਤਾ ਸਰੀਰ ਨੂੰ, ਆਤਮਾ ਜਦੋਂ ਨਿਕਲੀ ਤੇ ਕੱਚ ਟੁੱਟ ਗਿਆ। ਚਲੋ ਉਹ ਤੇ ਕੱਚ ਦੀ ਦੀਵਾਰ ਕੀਤੀ ਗਈ, ਟੁੱਟ ਗਈ, ਤੇ ਪਰ ਤੁਸੀਂ ਇਹ ਵੇਖੋ ਕਿ ਸਰੀਰ ਵੀ ਤੇ ਇੱਕ ਦੀਵਾਰ ਹੀ ਹੈ ਨਾ। ਫਿਰ ਇਹ ਕਿਉਂ ਨਹੀਂ ਪਾੜਦਾ ਸਰੀਰ? ਜਦੋਂ ਆਤਮਾ ਨਿਕਲਦੀ ਹੈ ਸਰੀਰ ਕਿਉਂ ਨਹੀਂ ਪਾੜ ਜਾਂਦਾ? ਪਾੜਦਾ ਨਹੀਂ ਹੈ ਸਰੀਰ, ਕਿਉਂਕਿ ਆਤਮਾ ਇੰਨੀ ਸੂਖਮ ਹੈ, ਇੰਨੀ ਸੂਖਮ ਹੈ, ਉਸ ਨੂੰ ਰੋਕਣ ਵਾਸਤੇ ਕੋਈ ਦੀਵਾਰ ਨਹੀਂ ਬਣ ਸਕਦੀ। ਉਹ ਨਿਕਲ ਜਾਂਦੀ ਹੈ ਸਰੀਰ ਵਿੱਚੋਂ, ਸਰੀਰ ਵਿੱਚੋਂ ਨਿਕਲ ਜਾਂਦੀ ਹੈ, ਕਿਉਂਕਿ ਮਾਲਕ ਪਰਮੇਸ਼ਰ ਨੇ ਸਰੀਰ ਦੇ ਵਿੱਚ ਕੋਈ ਐਸੇ ਤੱਤ ਰੱਖੇ ਹਨ ਜਿਨ੍ਹਾਂ ਦੇ ਜ਼ਰੀਏ ਆਤਮਾ ਸਰੀਰ ਵਿੱਚੋਂ ਨਿਕਲ ਜਾਂਦੀ ਹੈ, ਨਿਕਲ ਜਾਂਦੀ ਹੈ। ਹਾਂ, ਜਦੋਂ ਪ੍ਰਾਣ ਨਿਕਲਦੇ ਹਨ ਉਦੋਂ ਸਰੀਰ ਵਿੱਚੋਂ ਖੂਨ ਨਿਕਲਦਾ ਹੈ। ਜਦੋਂ ਆਤਮਾ ਦੇ ਨਾਲ ਪ੍ਰਾਣ ਨਿਕਲਦੇ ਹਨ, ਜਦੋਂ ਜਮਦੂਤ ਪ੍ਰਾਣਾਂ ਨੂੰ ਕੱਢਦੇ ਹਨ, ਉਦੋਂ ਹੱਡੀਆਂ ਟੁੱਟਦੀਆਂ ਹਨ, ਤੇ ਫਿਰ ਇਹ ਜਦੋਂ ਪ੍ਰਾਣ ਨਿਕਲਦੇ ਹਨ ਤਾਂ ਫਿਰ ਪ੍ਰਾਣ ਨਿਕਲਦੇ ਨਾਲ ਸਰੀਰ ਵਿੱਚੋਂ ਖੂਨ ਨਿਕਲਦਾ ਹੈ, ਬਲੱਡ ਨਿਕਲਦਾ ਹੈ, ਕਈਆਂ ਦਾ ਪਿਸ਼ਾਬ ਨਿਕਲਦਾ ਹੈ, ਕਈਆਂ ਦੀ ਗੰਦਗੀ ਵਿਸ਼ਟਾ ਨਿਕਲ ਆਉਂਦੀ। ਪਰ ਜਦੋਂ ਆਤਮਾ ਨਿਕਲਦੀ ਹੈ ਨਾ, ਤੇ ਉਦੋਂ ਸਰੀਰ ਵਿੱਚ ਕੋਈ ਨੁਕਸਾਨ ਨਹੀਂ ਹੁੰਦਾ, ਕੋਈ ਨੁਕਸਾਨ ਨਹੀਂ ਹੁੰਦਾ ਸਰੀਰ ਦਾ, ਕਿਉਂਕਿ ਆਤਮਾ ਸਰੀਰ ਵਿੱਚੋਂ ਜਦੋਂ ਨਿਕਲਦੀ ਹੈ ਤੇ ਮਾਲਕ ਦੇ ਘਰ ਨੂੰ ਚਲੀ ਜਾਂਦੀ ਹੈ। ਇਸ ਕਰਕੇ ਸਰੀਰ ਦਾ ਕੋਈ ਨੁਕਸਾਨ ਨਹੀਂ, ਕਿਉਂਕਿ ਉਹ ਵੇਖਣ ਵਿੱਚ ਨਹੀਂ ਆਉਂਦੀ, ਉਹ ਬਹੁਤ ਸੂਖਮ ਤੋਂ ਸੂਖਮ ਤੱਤ ਹੈ। ਤੇ ਸਤਿਗੁਰ ਨੇ ਬਾਣੀ ਵਿੱਚ ਐਸਾ ਵੀ ਆਖਿਆ ਹੈ, ਆਤਮਾ ਨਾ ਤੇ ਅੱਗ ਵਿੱਚ ਸਾੜੀ ਜਾ ਸਕਦੀ ਹੈ, ਨਾ ਉਹਨੂੰ ਪਾਣੀ ਵਿੱਚ ਡੋਬਿਆ ਜਾ ਸਕਦਾ ਹੈ, ਤੇ ਨਾ ਉਹਨੂੰ ਕੱਟਿਆ ਜਾ ਸਕਦਾ ਹੈ। ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਪਾਹੇ ਨਾ ਸਾਕੇ ਜਾਲੇ। ਆਤਮਾ ਨੂੰ ਅੱਗ ਸਾੜ ਨਹੀਂ ਸਕਦੀ, ਪਾਣੀ ਉਹਨੂੰ ਡੋਬ ਨਹੀਂ ਸਕਦਾ, ਕੋਈ ਵੀ ਹਥਿਆਰ ਸ਼ਸਤਰ ਆਤਮਾ ਦੇ ਉੱਪਰ ਨਹੀਂ ਚੱਲ ਸਕਦਾ। ਅੱਗ ਵਿੱਚ ਸਾਡਾ ਸਰੀਰ ਸੜ ਸਕਦਾ ਹੈ, ਪਾਣੀ ਵਿੱਚ ਸਾਡਾ ਸਰੀਰ ਡੁੱਬ ਸਕਦਾ ਹੈ, ਸ਼ਸਤਰ ਹਥਿਆਰ ਸਾਡੇ ਸਰੀਰ ਤੇ ਚੱਲ ਸਕਦੇ ਹਨ, ਪਰ ਆਤਮਾ ਤੇ ਨਹੀਂ ਚੱਲ ਸਕਦੇ। ਫਿਰ ਆਤਮਾ ਸਰੀਰ ਦਾ ਹਿੱਸਾ ਕਿਸ ਤਰ੍ਹਾਂ ਬਣ ਗਈ? ਹੁਣ ਆਪਾਂ ਇਹ ਵਿਚਾਰ ਕਰਨੀ ਹੈ, ਜਦੋਂ ਆਤਮਾ ਸਰੀਰ ਵਿੱਚ ਰਹਿੰਦੀ ਹੈ ਤੇ ਆਤਮਾ ਸਰੀਰ ਦਾ ਹਿੱਸਾ ਕਿਸ ਤਰ੍ਹਾਂ ਬਣ ਜਾਂਦੀ ਹੈ? ਆਤਮਾ ਸਰੀਰ ਦਾ ਹਿੱਸਾ ਬਣ ਜਾਂਦੀ ਹੈ, ਉਹ ਕਿਸ ਤਰ੍ਹਾਂ? ਸਰੀਰ ਦੇ ਵਿੱਚ ਇੱਕ ਤੱਤ ਪਾਇਆ ਜਾਂਦਾ ਹੈ ਜਿਹਦਾ ਨਾਮ ਹੈ ਹਉਮੈ, ਸੂਖਮ ਹਉਮੈ ਤੱਤ। ਜਦੋਂ ਆਤਮਾ ਸਰੀਰ ਵਿੱਚ ਆਉਂਦੀ ਹੈ ਨਾ, ਤੇ ਆਤਮਾ ਹਉਮੈ ਦੇ ਸੰਯੁਕਤ ਹੋ ਜਾਂਦੀ ਹੈ, ਹਉਮੈ ਦੇ ਨਾਲ ਰਲ ਜਾਂਦੀ ਹੈ, ਤੇ ਆਤਮਾ ਸਰੀਰ ਵਿੱਚ ਆ ਕੇ ਦੇਹੀ ਦਾ ਅਭਿਮਾਨ ਕਰਦੀ ਹੈ। ਦੇਹੀ ਦਾ, ਸਰੀਰ ਦਾ ਅਭਿਮਾਨ, ਅਭਿਮਾਨ ਆਖਦੇ ਹਨ ਹੰਕਾਰ ਨੂੰ, ਦੇਹੀ ਦਾ ਹੰਕਾਰ ਕਰਨਾ, ਕਿਉਂਕਿ ਆਤਮਾ ਨੇ ਹਉਮੈ ਦਾ ਸੰਗ ਕਰ ਲਿਆ। ਹਉਮੈ ਦਾ, ਜਦੋਂ ਆਤਮਾ ਨੇ ਹਉਮੈ ਦਾ ਸੰਗ ਕੀਤਾ, ਹਉਮੈ ਤੱਤ ਦਾ ਸੰਗ ਕਰ ਲਿਆ, ਤੇ ਆਤਮਾ ਨੇ ਆਖਣਾ ਸ਼ੁਰੂ ਕਰ ਦਿੱਤਾ, ਜਿਸ ਤਰ੍ਹਾਂ ਭਗਤ ਨਾਮਦੇਵ ਜੀ ਨੇ ਪੁੱਛਿਆ ਸੀ, ਤੂੰ ਕੌਣ ਰੇ? ਅੱਗੋਂ ਭਗਤ ਜੀ ਨੇ ਆਖਿਆ, ਹੋ ਜੀ ਮੈਂ ਜੀ ਨਾਮਾ, ਜੀ ਮੈਂ ਤੇ ਨਾਮਦੇਵ। ਜਿਸ ਤਰ੍ਹਾਂ ਅਸੀਂ ਆਖਦੇ ਹਾਂ, ਸਾਨੂੰ ਕੋਈ ਪੁੱਛੇ ਭਾਈ ਤੇਰਾ ਨਾਮ ਕੀ ਹੈ, ਅਸੀਂ ਆਖਦੇ ਹਾਂ ਬੜੇ ਚੌੜੇ ਹੋ ਕੇ, ਜੀ ਮੇਰਾ ਨਾਮ ਫਲਾਨਾ ਸਿੰਘ ਬਲ ਜਾਂ ਢਿੱਲੋਂ ਜਾਂ ਪੱਡਾ। ਗੱਡੀਆਂ 'ਤੇ ਸਪੈਸ਼ਲ ਲਿਖਾਇਆ ਹੁੰਦਾ ਏ ਕਿ ਢਿੱਲੋਂ
ਕਲਿਆਣ, ਬਲ ਤੇ ਹੋਰ ਵੀ ਬੜਾ ਕੁਝ ਉਹ ਤਾਂ ਲਿਖਵਾਉਂਦੇ ਆ ਕਿਉਂਕਿ ਸਰੀਰ ਦਾ ਅਭਿਮਾਨ ਕਰਦੇ ਹਾਂ ਅਸੀਂ। ਆਪਣੇ ਸਰੀਰ ਦਾ ਅਭਿਮਾਨ, ਸਾਨੂੰ ਇਹ ਹੰਕਾਰ ਹੈ ਕਿ ਮੈਂ ਸਰੀਰ ਹਾਂ, ਮੇਰੀ ਫਲਾਨੀ ਜਾਤੀ ਹੈ, ਮੇਰੀ ਫਲਾਨੀ ਗੋਤ ਹੈ, ਮੇਰਾ ਫਲਾਨਾ ਮਜ਼ਹਬ ਹੈ, ਮੇਰਾ ਫਲਾਨਾ ਧਰਮ ਹੈ। ਇਹ ਸਾਰਾ ਕੁਝ ਦੇਹੀ ਦਾ ਅਭਿਮਾਨ, ਸਾਰਾ ਕੁਝ ਜਿਹੜਾ ਅਸੀਂ ਆਖਦੇ ਹਾਂ ਨਾ, ਮੇਰਾ ਫਲਾਨਾ ਧਰਮ, ਮੇਰੀ ਫਲਾਨੀ ਗੋਤ, ਮੇਰਾ ਫਲਾਨਾ ਮਜ਼ਹਬ ਹੈ, ਮੇਰੀ ਫਲਾਨੀ ਜਾਤ ਹੈ, ਆਹ ਮੇਰੀ ਗੋਤ ਹੈ। ਗੱਡੀਆਂ ਉੱਪਰ, ਮੋਟਰਸਾਈਕਲਾਂ ਦੇ ਉੱਪਰ ਸਪੈਸ਼ਲ ਲਿਖਾਇਆ ਹੁੰਦਾ ਏ, ਸਰੀਰਾਂ ਉੱਪਰ ਪੱਕੇ ਟੈਟੂ ਬਣਾਏ ਹਨ ਆਪਣੇ। ਇਹ ਸਾਰਾ ਕੁਝ ਅਭਿਮਾਨ ਹੀ ਹੈ, ਇਹਨੂੰ ਹਉਮੈ ਕਿਹਾ ਜਾਂਦਾ ਹੈ, ਹਉਮੈ ਦੀ ਨਿਸ਼ਾਨੀ ਹੈ। ਇਸ ਕਰਕੇ ਹੈ ਤੇ ਆਤਮਾ ਸਰੀਰ ਤੋਂ ਨਿਰਲੇਪ, ਪਰ ਇਹ ਆ ਕੇ ਹਉਮੈ ਦੇ ਨਾਲ ਰਲ ਜਾਂਦੀ ਹੈ ਤੇ ਸਰੀਰ ਨੂੰ ਆਪਣਾ ਮੰਨ ਕੇ ਬੈਠ ਜਾਂਦੀ ਹੈ ਤੇ ਕਹਿਣਾ ਸ਼ੁਰੂ ਕਰ ਦਿੰਦੀ ਹੈ ਕਿ ਮੈਂ ਸਰੀਰ ਹਾਂ, ਮੈਂ ਫਲਾਨਾ ਸਿੰਘ ਹਾਂ, ਮੈਂ ਫਲਾਨੀ ਕੌਰ ਹਾਂ, ਮੇਰੇ ਬੱਚੇ ਹਨ, ਮੈਂ ਉਹਨਾਂ ਦਾ ਬੱਚਾ, ਇਹ ਮੇਰਾ ਪਰਿਵਾਰ ਹੈ। ਜਦੋਂ ਇਸ ਤਰ੍ਹਾਂ ਕਹਿਣਾ ਸ਼ੁਰੂ ਕਰ ਦਿੰਦੀ ਹੈ ਤੇ ਆਤਮਾ ਦੇ ਉੱਪਰ ਬੰਧਨ ਪਈ ਜਾਂਦੇ ਹਨ, ਬੰਧਨ ਪਈ ਜਾਂਦੇ ਹਨ। ਆਤਮਾ ਬੰਧਨਾਂ ਦੇ ਵਿੱਚ ਫਸ ਗਏ ਤੇ ਇੱਥੋਂ ਦੀ ਹੋ ਕੇ ਰਹਿ ਜਾਂਦੀ ਹੈ, ਫਿਰ ਉਸ ਪਰਮਾਤਮਾ ਨਾਲੋਂ ਵਿਛੜਦੀ ਹੈ, ਦੁੱਖ ਭੋਗਦੀ ਹੈ। ਇਸ ਲਈ ਉਸ ਮਾਲਕ ਨੂੰ ਜਾਣਨ ਤੋਂ ਪਹਿਲਾਂ ਆਪਣੇ ਆਪ ਨੂੰ ਜਾਣੋ ਕਿ ਮੈਂ ਕੌਣ ਹਾਂ। ਸਤਿਗੁਰੂ ਸਾਨੂੰ ਤੇ ਇਹੀ ਤੇ ਸਮਝਾਉਂਦੇ ਹਨ ਬਾਣੀ ਵਿੱਚ ਕਿ ਭਾਈ ਆਪਣੇ ਆਪ ਦੀ ਪਹਿਚਾਣ ਕਰੋ, ਪਹਿਲਾਂ ਆਪਣੇ ਆਪ ਨੂੰ ਜਾਣੋ। ਤੇ ਅਸੀਂ ਦੂਜਿਆਂ ਦੀ ਪਹਿਚਾਣ ਕਰਨ ਵਾਸਤੇ ਤੁਰ ਪਏ ਹਾਂ। ਦੂਜਿਆਂ ਦੀ, ਜਿੰਨੇ ਵੀ ਧਾਰਮਿਕ ਆਗੂ ਹਨ ਨਾ ਸਾਡੇ, ਜਾਂ ਜਿਹੜੇ ਧਰਮ ਦੇ ਨਾਲ ਜੁੜੇ ਹਨ, ਜਿੰਨੇ ਵੀ ਧਰਮ ਨਾਲ ਜੁੜੇ, ਸਾਰੇ ਧਰਮ ਦੇ ਨਾਲ ਜੁੜ ਕੇ ਨਾ ਤੇ ਦੂਜਿਆਂ ਦੀ ਖੋਜ ਕਰਨ ਵਾਸਤੇ ਨਿਕਲ ਗਏ ਜੀ। ਇੱਥੇ ਫਲਾਨਾ ਡੇਰਾ, ਇੱਥੇ ਫਲਾਨਾ ਸੰਤ ਰਹਿੰਦਾ ਏ, ਇੰਨੀ ਜ਼ਮੀਨ ਜੋੜੀ ਹੈ, ਇਹ ਠੱਗੀਆਂ ਮਾਰੀ ਜਾਂਦਾ ਏ, ਇਹ ਆਹ ਕਰੀ ਜਾਂਦਾ ਏ, ਆਹ ਸੱਚਾ ਸੰਤ ਹੈ, ਝੂਠਾ ਹੈ। ਇਹ ਦੂਜਿਆਂ ਦੀ ਖੋਜ ਹੈ। ਤੇ ਸਤਿਗੁਰੂ ਸਾਨੂੰ ਆਖਦੇ ਹਨ, ਤੂੰ ਆਪਣੀ ਖੋਜ ਕਿਉਂ ਨਹੀਂ ਕਰਦਾ? ਆਪਣੀ ਖੋਜ ਪਹਿਲਾਂ ਕਰ, ਫਿਰ ਦੂਜਿਆਂ ਦੀ ਖੋਜ ਕਰਨ ਵਾਸਤੇ ਤੁਰੀ। ਅਸੀਂ ਆਪਣੀ ਖੋਜ ਛੱਡ ਕੇ, ਆਪਣੀ ਪਹਿਚਾਣ ਭੁੱਲ ਕੇ ਦੂਜਿਆਂ ਦੀ ਪਹਿਚਾਣ ਕਰਨ ਵਾਸਤੇ ਤੁਰਤੇ ਪਏ ਤੇ ਪਰ ਆਪਣੀ ਪਹਿਚਾਣ ਤੋਂ ਅਸੀਂ ਬਿਲਕੁਲ ਹੀ ਅਣਜਾਣ ਹੋ ਗਏ, ਅਣਜਾਣ। ਇਸ ਲਈ ਇਹਨੂੰ ਸਾਰਾ ਕੁਝ ਹਉਮੈ ਆਖਿਆ ਜਾਂਦਾ ਹੈ। ਭਾਈ ਜੋਧ ਸ਼੍ਰੀ ਖਡੂਰ ਸਾਹਿਬ ਵਿਖੇ ਆਏ ਤੇ ਇਹਨਾਂ ਨੂੰ ਆਪਣੇ ਸਰੀਰ ਦਾ ਬੜਾ ਅਭਿਮਾਨ ਸੀ। ਆਖਦੇ ਹੁੰਦੇ ਸਨ ਕਿ ਮੈਂ ਤੇ ਬਾਹਮਣਾ, ਮੇਰੀ ਜਾਤ ਬ੍ਰਾਹਮਣਾਂ ਦੀ ਹੈ, ਮੈਂ ਸਾਰਿਆਂ ਨਾਲੋਂ ਅਲੱਗ ਤੇ ਸ੍ਰੇਸ਼ਟ ਜਾਤੀ ਦਾ ਹਾਂ। ਇਹਦੇ ਕਰਮ ਜਾਗੇ ਤੇ ਗੁਰੂ ਸਾਹਿਬ ਦੀ ਸੰਗਤ ਮਿਲੀ। ਗੁਰੂ ਸਾਹਿਬ ਦੀ ਸੰਗਤ ਕਰਕੇ ਪਤਾ ਲੱਗਾ ਕਿ ਭਾਈ ਤੂੰ ਕੋਈ ਸਰੀਰ ਥੋੜ੍ਹਾ ਹੈ, ਤੂੰ ਤੇ ਮਾਲਕ ਦੀ ਇੱਕ ਅੰਸ਼ ਹੈ, ਉਹਦਾ ਹਿੱਸਾ ਹੈ, ਤੂੰ ਤੇ ਸਰੀਰ ਵਿੱਚ ਰਹਿਣਾ ਹੈ। ਐਵੇਂ ਦੇਹੀ ਦਾ ਅਭਿਮਾਨ ਨਾ ਕਰ। ਮਨ ਵਿੱਚ ਸੱਟ ਲੱਗੀ, ਆਪਣੇ ਸਰੂਪ ਨੂੰ ਜਾਣਨ ਦਾ ਉਪਰਾਲਾ ਕੀਤਾ। ਮਨ ਵਿੱਚ ਚਾਅ ਬਣਿਆ ਕਿ ਮੈਂ ਉਸ ਮਾਲਕ ਨੂੰ ਮਿਲਣਾ ਹੈ ਜਿਹਦਾ ਮੈਂ ਹਿੱਸਾ, ਜਿਹਦੀ ਮੈਂ ਅੰਸ਼ ਹਾਂ। ਤੇ ਹੁਣ ਗੁਰੂ ਘਰ ਵਿੱਚ ਆਇਆ ਤੇ ਮਾਤਾ ਖੀਵੀ ਜੀ ਨੂੰ ਇੱਕ ਦਿਨ ਹੱਥ ਜੋੜ ਕੇ ਆਖਿਆ, ਮਾਂ ਮੇਰਾ ਮਨ ਕਰਦਾ ਮੈਂ ਸੇਵਾ ਨਾ ਕਰਿਆ ਕਰਾਂ ਲੰਗਰ ਦੀ। ਤੇ ਮਾਂ ਨੇ ਆਖਿਆ, ਮਾਤਾ ਖੀਵੀ ਜੀ ਨੇ, ਪੁੱਤ ਦੇ ਤੇਰਾ ਮਨ ਕਰਦਾ ਤੇ ਸੇਵਾ ਕਰ ਲਿਆ ਕਰ। ਹੁਣ ਜਦੋਂ ਸੇਵਾ ਕਰੇ ਨਾ ਤੇ ਅੰਦਰ ਕੀੜਾ ਸੀ ਨਾ ਜਾਤੀ ਦਾ ਕਿ ਮੇਰੀ ਵੱਡੀ ਜਾਤੀ ਹੈ। ਤੇ ਹੁਣ ਗੁਰੂ ਸਾਹਿਬ ਦੀ ਪੰਗਤ ਵਿੱਚ ਸਾਰੇ ਬੈਠੇ ਹੁੰਦੇ ਸਨ, ਸਾਰੇ, ਗਰੀਬ ਵੀ ਬੈਠਾ ਏ, ਅਮੀਰ ਵੀ ਬੈਠਾ ਏ, ਰਾਜਾ ਵੀ ਬੈਠਾ ਏ, ਭਿਖਾਰੀ, ਸਾਰੇ ਬੈਠੇ ਹਨ। ਹੁਣ ਜਦੋਂ ਜੋਧ ਲੰਗਰ ਵਰਤਾਵੇ ਤੇ ਮਨ ਵਿੱਚ ਇਹ ਗੱਲ ਆਵੇ
ਕਿ ਮੈਂ ਤੇ ਬਾਹਮਣ ਆ, ਮੇਰੀ ਐਡੀ ਵੱਡੀ ਜਾਤੀ ਹੈ ਤੇ ਮੈਂ ਇਹਨਾਂ ਨੂੰ ਰੋਟੀ ਖਵਾ ਰਿਹਾ ਭਿਖਾਰੀਆਂ ਨੂੰ। ਇਹ ਗੱਲ ਮਨ ਵਿੱਚ ਵਾਰ-ਵਾਰ ਆਈ। ਪਰ ਭਾਈ ਜੋਧ ਆਪਣੇ ਮਨ ਨਾਲ ਲੜਦੇ ਸਨ। ਫਿਰ ਜਦੋਂ ਭਾਈ ਜੋਧ ਨੇ ਲੰਗਰ ਵਿੱਚ ਬੈਠਣਾ ਨਾ ਪ੍ਰਸ਼ਾਦਾ ਖਾਣ ਵਾਸਤੇ, ਉਦੋਂ ਵੀ ਅੰਦਰੋਂ ਕੀੜੇ ਨੇ ਭੁੜਕਣਾ। ਉਹਨੇ ਕਹਿਣਾ ਤੂੰ ਕਮਲਾ ਹੈ, ਤੂੰ ਬਾਹਮਣ ਹੈ ਤੇ ਇਹਨਾਂ ਲੋਕਾਂ ਵਿੱਚ ਬੈਠਾ ਹੈ ਜਿਹੜੇ ਨੀਵੀਂ ਜਾਤੀ ਦੇ ਲੋਕ ਹਨ, ਇਹਨਾਂ ਵਿੱਚ ਬੈਠ ਕੇ ਰੋਟੀ ਖਾਵੇਂਗਾ। ਅੰਦਰੋਂ ਪੂਰਾ ਜ਼ੋਰ ਵੱਜਣਾ, ਪਰ ਭਾਈ ਜੋਧ ਨੇ ਕੰਟਰੋਲ ਕਰ ਲੈਣਾ। ਭਾਈ ਜੋਧ ਨੇ ਕੀ ਕੀਤਾ ਇੱਕ ਦਿਨ ਕਿ ਰੋਟੀ ਖਾ ਕੇ ਨਾ ਸੰਗਤ ਤੇ ਜੂਠੇ ਭਾਂਡੇ ਇੱਕ ਪਾਸੇ ਸੁੱਟ ਦਿੰਦੇ ਹੁੰਦੇ ਸਨ, ਤੇ ਉਹ ਜਿਹੜੀ ਜੂਠ ਸੀ ਨਾ, ਭਾਈ ਜੋਧ ਨੇ ਕੀ ਕੀਤਾ ਕਿ ਪਰਦਾ ਲਾ ਕੇ ਨਾ ਉਹ ਜੂਠ ਖਾਣੀ ਸ਼ੁਰੂ ਕਰ ਦਿੱਤੀ। ਮਾਤਾ ਖੀਵੀ ਨੂੰ ਪਤਾ ਲੱਗਾ। ਮਾਤਾ ਖੀਵੀ ਭਾਈ ਜੋਧ ਦੇ ਕੋਲ ਆਏ। ਮਾਤਾ ਖੀਵੀ ਨੇ ਆਖਿਆ, ਜੋਧ, ਗੁਰੂ ਘਰ ਦੇ ਵਿੱਚ ਕੋਈ ਘਾਟਾ ਪੈ ਗਿਆ ਹੈ ਜਿਸ ਕਰਕੇ ਜੂਠ ਖਾਣਾ ਪਿਆ ਹੈ। ਭਾਈ ਜੋਧ ਨੇ ਆਖਿਆ ਕਿ ਮਾਂ, ਮੈਂ ਜੂਠ ਇਸ ਕਰਕੇ ਨਹੀਂ ਖਾਣਾ ਕਿ ਗੁਰੂ ਨਾਨਕ ਦੇ ਘਰ ਵਿੱਚ ਘਾਟਾ ਹੈ। ਮੈਂ ਜੂਠ ਇਸ ਕਰਕੇ ਖਾ ਰਿਹਾ ਕਿ ਆ ਜਿਹੜਾ ਮਨ ਹੈ ਨਾ, ਐਡਾ ਚੰਦਰਾ ਏ। ਇਹਨੂੰ ਮੈਂ ਕਈ ਵਾਰ ਸਮਝਾਇਆ ਕਿ ਗੁਰੂ ਦਾ ਸਿੱਖ ਬਣ, ਤੇ ਇਹ ਚੰਦਰਾ ਮਨ ਮੈਨੂੰ ਵਾਰ-ਵਾਰ ਆਖਦਾ ਤੂੰ ਬਾਹਮਣ ਹੈ, ਤੇਰੀ ਐਡੀ ਵੱਡੀ ਜਾਤੀ ਹੈ, ਤੂੰ ਇਹਨਾਂ ਲੋਕਾਂ ਵਿੱਚ ਬਹਿ ਕੇ ਰੋਟੀ ਖਾਵੇਂਗਾ, ਇਹਨਾਂ ਲੋਕਾਂ ਨਾਲ ਬੈਠੇਂਗਾ, ਇਹਨਾਂ ਨਾਲ ਰਿਸ਼ਤੇਦਾਰੀਆਂ ਬਣਾਵੇਂਗਾ। ਇਸ ਕਰਕੇ ਮੈਂ ਆਪਣੇ ਮਨ ਨੂੰ ਸਜ਼ਾ ਦਿੱਤੀ ਹੈ ਕਿ ਤੈਨੂੰ ਅੱਜ ਇਹਨਾਂ ਲੋਕਾਂ ਦੀ ਜੂਠ ਖਵਾਉਣੀ ਹੈ, ਜਿਨ੍ਹਾਂ ਨੂੰ ਤੂੰ ਨੀਵੀਂ ਜਾਤੀ ਦਾ ਆਖਦਾ, ਤੈਨੂੰ ਅੱਜ ਇਹਨਾਂ ਦੀ ਜੂਠ ਖਵਾਵਾਂਗਾ। ਤੇ ਮਾਤਾ ਖੀਵੀ ਜੀ ਨੇ ਆਖਿਆ ਕਿ ਪੁੱਤ, ਇਹ ਜਿਹੜੀ ਜੂਠ ਤੇਰੇ ਮਨ ਨੂੰ ਲੱਗੀ ਹੈ ਨਾ, ਇਹ ਐਦਾਂ ਦੀ ਨਿਕਲੇਗੀ। ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਸੁਨੇਹਾ ਦਿੱਤਾ ਬਾਬਾ ਬੁੱਢਾ ਜੀ ਨੇ। ਬਾਬਾ ਬੁੱਢਾ ਜੀ ਦਾ ਸੁਨੇਹਾ ਪਾ ਕੇ ਸਤਿਗੁਰੂ ਜੀ ਆਏ, ਜੋਧ ਨੂੰ ਆਪਣੇ ਲਾਗੇ ਬਿਠਾਇਆ। ਸਤਿਗੁਰ ਨੇ ਸਿਰ ਤੇ ਹੱਥ ਰੱਖਿਆ ਤੇ ਆਪਣੇ ਹੱਥ ਨਾਲ ਬੁਰਕੀ ਤੋੜ ਕੇ ਮੂੰਹ ਵਿੱਚ ਪਾਈ। ਜਦੋਂ ਬੁਰਕੀ ਤੋੜ ਕੇ ਮੂੰਹ ਦੇ ਵਿੱਚ ਪਾਈ, ਸਿਰ ਤੇ ਹੱਥ ਰੱਖਿਆ, ਨੇਤਰਾਂ ਵਿੱਚ ਨੇਤਰ ਪਾਏ। ਸਤਿਗੁਰ ਦੇ ਨੇਤਰਾਂ ਦੇ ਵਿੱਚ, ਹੱਥਾਂ ਦੇ ਵਿੱਚ ਐਸੀ ਬਖਸ਼ਿਸ਼ ਹੈ, ਇੰਨੀਆਂ ਬਰਕਤਾਂ ਹਨ। ਜੋਧ ਦੇ ਅੰਦਰੋਂ ਸਾਰੀ ਹਉਮੈ ਖਿੱਚ ਕੇ ਬਾਹਰ ਮਾਰੀ ਤੇ ਜੋਧ ਨੂੰ ਇੱਕਦਮ ਖਾਲੀ ਕਰਕੇ ਉਹਦੇ ਅੰਦਰ ਨਾਮ ਦਾ ਕਿਣਕਾ ਭਰ ਦਿੱਤਾ। ਨਾਮ ਦਾ ਕਿਣਕਾ, ਜਦੋਂ ਨਾਮ ਦਾ ਕਿਣਕਾ ਅੰਦਰ ਭਰਿਆ, ਹਉਮੈ ਬਾਹਰ, ਬਸ ਇਹੀ ਰੁਕਾਵਟ ਹੈ, ਇਹੀ ਰੁਕਾਵਟ ਹੈ ਵੱਡੀ ਸਾਡੇ ਵਿੱਚ ਤੇ ਪਰਮਾਤਮਾ ਦੇ ਵਿੱਚ। ਜਦੋਂ ਅਸੀਂ ਪਰਮੇਸ਼ਰ ਦੀ ਪ੍ਰਾਪਤੀ ਵੱਲ ਤੁਰ ਪਾਵਾਂਗੇ ਨਾ, ਉਹਦੀ ਪ੍ਰਾਪਤੀ ਕਰਨੀ ਹੈ, ਫਿਰ ਇਹ ਜਿਹੜੀ ਹਉਮੈ ਹੈ ਸਰੀਰ ਵਿੱਚ ਨਹੀਂ ਰਹਿੰਦੀ। ਜਦੋਂ ਨਾਮ ਜਪਾਂਗੇ, ਹਉਮੈ ਨੇ ਇੱਕ ਪਾਸੇ ਹੋ ਜਾਣਾ ਹੈ। ਜਦੋਂ ਹਉਮੈ ਨੇ ਆਪਣਾ ਰਸਤਾ ਬਦਲਿਆ, ਹਉਮੈ ਨੇ ਛੱਡਿਆ ਆਤਮਾ ਨੂੰ, ਤੇ ਫਿਰ ਸਾਨੂੰ ਪਤਾ ਲੱਗੇਗਾ ਕਿ ਮੈਂ ਕੋਈ ਸਰੀਰ ਨਹੀਂ, ਮੈਂ ਕੋਈ ਬਾਹਮਣ ਨਹੀਂ, ਮੈਂ ਕੋਈ ਖੱਤਰੀ ਨਹੀਂ, ਮੈਂ ਕੋਈ ਜੱਟ ਨਹੀਂ, ਮੈਂ ਕੋਈ ਮਜ਼੍ਹਬੀ ਨਹੀਂ, ਮੈਂ ਕੋਈ ਚਮਿਆਰ, ਮੈਂ ਕੁਝ ਵੀ ਨਹੀਂ ਹਾਂ। ਮੈਂ ਤਾਂ ਉਸ ਮਾਲਕ ਦੀ ਅੰਸ਼ ਹਾਂ ਤੇ ਸਰੀਰ ਵਿੱਚ ਆਈ ਹਾਂ ਬਸ।